ਧੰਨ ਕੰਨ ਦਰਸ਼ਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਯਸ਼ਵੰਤੇ ਨਿਰਾਧਾਰ ਧਾਮ ਪਹਿਲਾ, ਤੂੰ ਸਖੀ ਤੂੰ ਸਖਾ, ਨਾਨਕ ਪ੍ਰਭ ਗੁਰਮੁਖ ਰਾਖਾ ਜਿਉ। ਨੈਣ ਤਰਸਨ ਤੁਮਾਰੇ ਦਰਸ਼ਨ, ਮਨ ਸਾਧ ਸੰਗਤ ਵਿਗਾਸਾ। ਗੁਰੂ ਪਿਆਰੇ ਸਾਧ ਸੰਗਤ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬੱਤ ਦਾ ਭਲਾ। ਗੁਰੂ ਮਹਾਰਾਜ ਦਰਸ਼ਨ ਦਾਸ ਜੀ ਆਪਣੇ ਮਜ਼ਮੂਨ ਦੇ ਅੰਦਰ ਸਾਨੂੰ ਬੜੇ ਪਿਆਰ ਸਹਿਤ ਸਮਝਾ ਰਹੇ ਹਨ ਔਰ ਅਕਸਰ ਸਮਝਾਇਆ ਕਰਦੇ ਸਨ ਕਿ ਸੰਸਾਰ ਦੇ ਜੀਵੋ, ਅਸੀਂ ਆਪਣੇ ਪੁਰਬਲੇ ਕਰਮਾਂ ਦੇ ਮੁਤਾਬਕ ਉਸ ਪਰਮ ਪਿਤਾ ਪਰਮਾਤਮਾ ਦੇ ਪਾਸੋਂ ਵਿਛੜ ਚੁੱਕੇ ਹਾਂ ਔਰ ਉਸ ਮਾਲਕ ਤੋਂ ਦੂਰ ਗਿਆ ਸਾਨੂੰ ਬਹੁਤ ਸਮਾਂ ਹੋ ਗਿਆ, ਉਸ ਤੋਂ ਵਿਛੜਿਆ ਸਾਨੂੰ ਬਹੁਤ ਚਿਰ ਹੋ ਗਿਆ। ਕਦੇ ਕਦੇ ਸਾਡੇ ਮਨ ਦੇ ਅੰਦਰ, ਆਤਮਾ ਦੇ ਅੰਦਰ ਇੱਕ ਖੁਸ਼ਖੁਸ਼ੀ ਜਿਹੀ ਉੱਠਦੀ ਹੈ, ਕਿਸੇ ਦਾ ਕਰਜ਼ਾ ਦੇਣਾ ਨਹੀਂ ਹੈ, ਕਿਸੇ ਤੋਂ ਕਰਜ਼ਾ ਲੈਣਾ ਨਹੀਂ ਹੈ, ਕਿਸੇ ਨੇ ਸਾਨੂੰ ਕੋਈ ਮੰਦਾ ਚੰਗਾ ਆਖਿਆ ਨਹੀਂ ਹੈ, ਅਸਾਂ ਕਿਸੇ ਨੂੰ ਕੋਈ ਮੰਦਾ ਚੰਗਾ ਬੋਲਿਆ ਨਹੀਂ ਹੈ। ਇਸ ਦੇ ਬਾਵਜੂਦ ਵੀ ਸਾਡੇ ਮਨ ਦੇ ਅੰਦਰ ਇੱਕ ਪਰੇਸ਼ਾਨੀ ਜੀ, ਇੱਕ ਪਿਆਸ ਜੀ, ਇੱਕ ਭੁੱਖ ਜੀ ਬਣੀ ਰਹਿੰਦੀ ਹੈ ਔਰ ਉਸ ਨੂੰ ਪੂਰਾ ਕਰਨ ਦੇ ਵਾਸਤੇ ਪੁਰਾਤਨ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਜੋ ਕੁਝ ਵੀ ਪ੍ਰਚਲਿਤ ਸਾਧਨ ਹਨ ਜਾਂ ਸਾਡੇ ਮਨਮਤ ਦੇ ਜਿਹੜੇ ਸਾਧਨ ਨੇ, ਉਹਨਾਂ ਦੇ ਅੰਦਰ ਫਸ ਕੇ ਅਸੀਂ ਰਾਤ ਪੈ ਦਿਨ ਉਹਨਾਂ ਖੁਸ਼ੀਆਂ ਨੂੰ ਹਾਸਲ ਕਰਨਾ ਚਾਹੁੰਦੇ ਹਾਂ ਜੋ ਸਾਡੇ ਮਨ ਦੀਆਂ ਹਨ ਜਾਂ ਸਾਡੇ ਕਰੀਬ ਹਨ, ਜਿਨ੍ਹਾਂ ਦੇ ਅੰਦਰ ਸਾਨੂੰ ਸੁੱਖ ਲੱਭ ਸਕੇ, ਜਿਨ੍ਹਾਂ ਦੇ ਅੰਦਰ ਸਾਡਾ ਮਨ ਖੁਸ਼ ਹੋ ਸਕੇ। ਅਸੀਂ ਕਦੇ ਕਦੇ ਉਸ ਨੂੰ ਪੂਰਾ ਕਰਨ ਦੇ ਵਾਸਤੇ ਜੰਗਲਾਂ ਦੇ ਵਿੱਚ ਜਾਂਦੇ ਹਾਂ, ਪਹਾੜਾਂ ਦੇ ਵਿੱਚ ਜਾਂਦੇ ਹਾਂ, ਬਿਆਬਾਨਾਂ ਦੇ ਵਿੱਚ ਜਾਂਦੇ ਹਾਂ, ਕਦੇ ਕੁੰਦਨਾਂ ਦੇ ਵਿੱਚ ਜਾ ਲੁਕਦੇ ਹਾਂ, ਕਦੇ ਭਗਵੇ ਕੱਪੜੇ ਪਾ ਲੈਂਦੇ ਹਾਂ, ਕਦੇ ਅਸੀਂ ਸਿਰ ਮੁੰਡਾ ਲੈਂਦੇ ਹਾਂ, ਕਦੇ ਜਟਾਂ ਰੱਖ ਲੈਂਦੇ ਹਾਂ, ਕਦੇ ਬ੍ਰਹਮਚਾਰੀ ਜੀਵਨ ਬਤੀਤ ਕਰਦੇ ਹਾਂ ਔਰ ਕਦੀ ਜੇਠ ਹਾੜ ਦੀਆਂ ਧੁੱਪਾਂ ਦੇ ਅੰਦਰ ਧੂਣੇ ਤਪਾ ਕਰਕੇ ਬਹਿ ਜਾਂਦੇ ਹਾਂ ਔਰ ਕਦੇ ਕਦੇ ਅਸੀਂ ਪਾਣੀਆਂ ਦੇ ਅੰਦਰ ਖਲੋ ਕੇ ਰਾਤ ਦਾ ਦਿਨ ਉਸ ਖੁਸ਼ੀ ਨੂੰ ਹਾਸਲ ਕਰਨ ਵਾਸਤੇ ਜੱਕੋ ਤੱਕੇ ਕਰਦੇ ਹਾਂ ਔਰ ਜੋ ਕੁਝ ਸਾਨੂੰ ਸੁਝਦਾ ਹੈ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਦੇ ਭੁੱਖੇ ਰਹਿ ਲਏ, ਘਰ-ਬਾਰ ਛੱਡੇ, ਬਾਲ ਬੱਚੇ ਛੱਡੇ, ਲੇਕਿਨ ਉਹਨਾਂ ਦੇ ਬਾਵਜੂਦ ਵੀ ਸਾਨੂੰ ਉਹ ਖੁਸ਼ੀ ਹਾਸਿਲ ਨਹੀਂ ਹੁੰਦੀ, ਉਹ ਆਨੰਦ ਹਾਸਿਲ ਨਹੀਂ ਹੁੰਦਾ, ਉਹ ਚੀਜ਼ ਸਾਨੂੰ ਲੱਭਦੀ ਨਹੀਂ ਜਿਹਨੂੰ ਲੱਭਣ ਦੇ ਵਾਸਤੇ ਅਸੀਂ ਦਰ ਬਦਰ ਨਾ ਜਾਣੇ ਕਿਤਨੀ ਖਾਕਸ਼ਾਂ ਨੇ। ਕਦੇ ਗੁਰਦੁਆਰੇ ਜਾਣ ਲੱਗ ਪੈਂਦੇ ਹਾਂ, ਕਦੇ ਮੰਦਿਰਾਂ 'ਚ ਜਾਂਦੇ ਹਾਂ, ਕਦੇ ਗਿਰਜਾ ਘਰਾਂ 'ਚ ਜਾਂਦੇ ਹਾਂ, ਕਦੇ ਚਰਚਾਂ 'ਚ ਜਾ ਵੜਦੇ ਹਾਂ ਔਰ ਕਦੇ ਅਸੀਂ ਅਨੇਕ ਪ੍ਰਕਾਰ ਦੇ ਗ੍ਰੰਥਾਂ ਨੂੰ ਪੜ੍ਹਨਾ ਸੁਣਨਾ ਸ਼ੁਰੂ ਕਰ ਦਿੰਦੇ ਹਾਂ। ਉਹਨਾਂ ਦੇ ਅੰਦਰ ਸਾਨੂੰ ਫੇਰ ਵੀ ਜਦ ਰੱਬ ਨਹੀਂ ਲੱਭਦਾ ਤੇ ਅਸੀਂ ਫੇਰ ਪਰੇਸ਼ਾਨ ਹੋ ਜਾਂਦੇ ਹਾਂ। ਸਾਡੇ ਕਹਿਣ ਦਾ ਭਾਵ ਕੋਈ ਇਹ ਨਾ ਲੈ ਲਵੇ ਕਿ ਸਾਨੂੰ ਗੁਰਦੁਆਰੇ ਮੰਦਰ ਮਸੀਤੇ ਨਹੀਂ ਜਾਣਾ ਚਾਹੀਦਾ ਜਾਂ ਸਾਨੂੰ ਕਿਸੇ ਗ੍ਰੰਥ ਦਾ ਪਾਠ ਪੂਜਾ ਨਿਤਨੇਮ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹੜਾ ਮੁੱਢਲਾ ਸਾਡਾ ਕਰਮ ਹੈ ਉਹ ਸਾਡਾ ਇਹੋ ਹੀ ਹੈ। ਇਹਨਾਂ ਦੇ ਅੰਦਰ ਸਾਨੂੰ ਉਸ ਪਰਮਾਤਮਾ ਦੇ
ਗੱਲਾਂ ਸੁਣਨ ਨੂੰ ਮੌਕਾ ਮਿਲਦਾ ਹੈ, ਭਗਤਾਂ ਦੀਆਂ ਜੀਵਨ ਲੀਲਾ ਸੁਣਨ ਨੂੰ ਮੌਕਾ ਮਿਲਦਾ ਹੈ, ਭਗਤਾਂ ਦੇ ਬਾਰੇ ਸੁਣਨ ਨੂੰ ਮਿਲਦਾ ਹੈ। ਰੱਬ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਡੇ ਕੰਨਾਂ ਦੇ ਵਿੱਚ ਪੈਂਦੀਆਂ ਨੇ ਤੇ ਕਹਿੰਦੇ ਨੇ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਵੇਖਣ ਕਾ ਚਾਓ। ਕਿ ਸੁਣ ਸੁਣ ਕੇ ਪਰਮਾਤਮਾ ਦੀ ਬਾਣੀ, ਸੁਣ ਸੁਣ ਕੇ ਪਰਮਾਤਮਾ ਦੀਆਂ ਗੱਲਾਂ, ਸੁਣ ਸੁਣ ਕੇ ਪਰਮਾਤਮਾ ਦੇ ਬਾਰੇ ਉਸ ਮਾਲਕ ਨੂੰ ਮਿਲਣ ਵਾਸਤੇ ਸਾਡਾ ਦਿਲ ਕਰ ਆਉਂਦਾ, ਸਾਡਾ ਚਿੱਤ ਕਰ ਆਉਂਦਾ। ਤੇ ਮਹਾਰਾਜ ਫਰਮਾਨ ਕਰਦੇ ਨੇ ਲੇਕਿਨ ਪਰਮਾਤਮਾ ਸਾਨੂੰ ਉੱਥੋਂ ਫਿਰ ਵੀ ਨਹੀਂ ਲੱਭਦਾ। ਉਹ ਜਿਹੜੀ ਸਾਡੇ ਅੰਦਰ ਭੁੱਖ ਸੀ, ਉਹ ਜਿਹੜੀ ਸਾਡੇ ਅੰਦਰ ਪਿਆਸ ਸੀ, ਉਹ ਉਸੇ ਤਰ੍ਹਾਂ ਹੀ ਲੱਗੀ ਰਹਿੰਦੀ ਹੈ। ਸਹਿਬ ਫਰਮਾਨ ਕਰਦੇ ਹਨ ਕਾਰਨ ਇਹ ਬਣ ਜਾਂਦਾ ਕਿ ਸਾਡੇ ਗ੍ਰੰਥ, ਸਾਡੇ ਮਹਾਂਪੁਰਸ਼ਾਂ ਦੇ ਕਹੇ ਹੋਏ ਜਿਹੜੇ ਬੋਲ ਨੇ, ਧਾਰਮਿਕ ਸਥਾਨ ਨੇ, ਉਹਨਾਂ ਦੇ ਅੰਦਰ ਰੱਬ ਦੇ ਬਾਰੇ ਤੋਂ ਦੱਸਿਆ ਜਾਂਦਾ ਹੈ, ਰੱਬ ਦੀਆਂ ਗੱਲਾਂ ਬਾਰੇ ਤੋਂ ਦੱਸਿਆ ਜਾਂਦਾ ਹੈ, ਜ਼ਿਕਰ ਕੀਤਾ ਜਾਂਦਾ ਹੈ ਪਰਮਾਤਮਾ ਨੂੰ ਪਾਉਣ ਵਾਸਤੇ ਹਰ ਯੁੱਗ ਦੇ ਅੰਦਰ। ਜਿਵੇਂ ਭਗਤ ਰਵਿਦਾਸ ਜੀ ਫਰਮਾਨ ਕਰਦੇ ਸਨ ਕਿ ਭਾਈ ਸਤਯੁਗ ਸਤਿਅਤਾ ਜਗੀ ਦੁਆਪਰ ਪੂਜਾ ਚਾਰ, तीनों युग तीनों दड़े कल केवल नाम आधार। कि सतयुग ਦੇ ਵਿੱਚ ਸੱਤਾ ਦੇ ਵਿੱਚ ਰਹਿ ਕਰਕੇ ਜੀਵ ਪ੍ਰਮਾਤਮਾ ਨੂੰ ਪਾਉਂਦਾ ਸੀ, ਤ੍ਰੇਤਾ ਦੇ ਅੰਦਰ ਜਗ ਆਦਿਕ ਕਰਕੇ ਔਰ ਦੁਆਪਰ ਦੇ ਅੰਦਰ ਪਾਠ ਪੂਜਾ ਨਿਤਨੇਮ ਕਰਕੇ। ਇਹ ਤਿੰਨੋਂ ਯੁੱਗ ਜਿਹੜੇ ਨੇ ਇਹ ਚਲੇ ਗਏ ਹਨ ਔਰ ਅੱਜ ਜਿਹੜਾ ਯੁੱਗ ਹੈ ਇਹ ਨਾਮ ਦਾ ਯੁੱਗ ਹੈ। ਕੱਲ ਤਾਰਨ ਗੁਰੂ ਨਾਨਕ ਆਇਆ, ਜਿਸ ਨੂੰ ਤਾਰਨ ਵਾਸਤੇ ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਰੂਪ 'ਚ ਉਹ ਪਰਮ ਪਿਤਾ ਪਰਮਾਤਮਾ ਆਇਆ। ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਿਆ, ਹੋਕਾ ਦਿੱਤਾ ਕਿ ਇਹ ਸੰਸਾਰ ਦੇ ਜੀਵੋ, ਉਹ ਪਰਮਾਤਮਾ ਜਿਸ ਨੇ ਆਪ ਨੂੰ ਜਨਮ ਦਿੱਤਾ ਹੈ, ਜੋ ਆਪ ਨੂੰ ਪਾਲਦਾ ਹੈ ਔਰ ਜੋ ਇਸ ਸ੍ਰਿਸ਼ਟੀ ਦਾ ਸੰਹਾਰ ਕਰਦਾ ਹੈ, ਉਹ ਆਪ ਨੂੰ ਯਾਦ ਕਰਦਾ ਹੈ। ਔਰ ਉਸ ਨੂੰ ਮਿਲਣ ਦਾ ਅੱਜ ਦਾ ਜਿਹੜਾ ਰਸਤਾ ਹੈ, ਅੱਜ ਦਾ ਜਿਹੜਾ ਢੰਗ ਹੈ, ਉਹ ਕੇਵਲ ਇੱਕ ਨਾਮ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਕਲਯੁਗ ਦੇ ਅੰਦਰ ਜਿਹੜਾ ਨਾਮ ਹੈ, ਇਹੋ ਹੀ ਪਰਮਾਤਮਾ ਨੂੰ ਪਾਵਨ ਦਾ ਸਾਧਨ ਹੈ, ਇਹੋ ਹੀ ਇੱਕ ਰਸਤਾ ਹੈ। ਪਰ ਗੱਲ ਇਹ ਬਣਦੀ ਹੈ, ਗੁਰੂ ਮਹਾਰਾਜ ਦਰਸ਼ਨ ਦਾਸ ਜੀ ਫਰਮਾਇਆ ਕਰਦੇ ਸਨ ਕਿ ਜਿਵੇਂ ਸਾਨੂੰ ਕੋਈ ਬਿਲਡਿੰਗ ਬਣਾਉਣੀ ਹੋਵੇ ਤੇ ਆਪਾਂ ਕਿਤਾਬਾਂ ਪੜ੍ਹੀਏ, ਕਿਤਾਬਾਂ ਦੇ ਅੰਦਰ ਜਿਹੜੀਆਂ ਇੰਜੀਨੀਅਰਿੰਗ ਦੀਆਂ ਕਿਤਾਬਾਂ ਨੇ ਉਹਨਾਂ ਦੇ ਅੰਦਰ ਮਟੀਰੀਅਲ ਬਾਰੇ ਜਾਣਕਾਰੀ ਹੁੰਦੀ ਹੈ, ਮਕਾਨ ਕਿਸ ਤਰ੍ਹਾਂ ਬਣਦਾ ਹੈ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। इतना सरिया लगेगा, इतना सीमेंट लगेगा, इतने इट्टां रोड़ी पत्थर बदरपुर वगैरह लगेगा। अगर जे सानू वो मटीरियल चाहिदा है तो वो बिल्डिंग मटीरियल की दुकान तो मिलता है, भाव के उथों जा कर के लेना पैंदा है। अगर कोई रोगी हो जावे, कोई उसनू सरीरक तकलीफ हो जावे तो वो अगर हकीम दियाँ किताबां, डॉक्टरां दियां किताबां, वैदगी दियां किताबां लै करके पढ़ना पढ़ाना शुरू कर दवे, नुस्खे पढ़ लवे, नुस्खे याद कर लवे और नुस्खियां नू याद कर करके बोलना शुरू कर दवे कि जो कुछ ਉਹਦੇ ਵਿੱਚ दर्ज किया है ਉਹਦੇ ਨਾਲ ਸਾਡਾ ਜਿਹੜਾ ਦੁੱਖ ਹੈ ਉਹ ਕੱਟਿਆ ਨਹੀਂ ਜਾ ਸਕਦਾ, ਦੁੱਖ ਹਟ ਨਹੀਂ ਸਕਦਾ, ਦੁੱਖ ਖਤਮ ਨਹੀਂ ਹੋ ਸਕਦਾ। ਅਗਰ ਸਾਨੂੰ ਉਸ ਦੁੱਖ ਦੇ ਬਾਰੇ ਜੋ ਦਵਾਈ ਲਿਖੀ ਹੈ ਉਸ ਦੀ ਲੋੜ ਹੈ ਤੇ ਉਹ ਸਾਨੂੰ ਡਾਕਟਰ ਦੀ ਦੁਕਾਨ ਤੋਂ ਮਿਲੇਗੀ ਜਾਂ ਕੈਮਿਸਟ ਦੀ ਦੁਕਾਨ ਤੋਂ ਮਿਲੇਗੀ। ਉੱਥੋਂ ਜਾ ਕਰ ਕੇ ਉਹ ਅਸੀਂ ਦਵਾਈ ਲਵਾਂਗੇ और दसे मुताबिक दवाई खावांगे, इस्तेमाल करांगे, तद जा कर के
ਸਾਡਾ ਤਕਲੀਫ, ਸਾਡਾ ਦੁੱਖ, ਸਾਡੀ ਜਿਹੜੀ ਮੁਸ਼ਕਲ ਹੈ ਉਹ ਹੱਲ ਹੋ ਸਕਦੀ ਹੈ। ਐਵੇਂ ਕਿਤੇ ਆਪ ਦਾ ਦਿਲ ਕਰਦਾ ਹੋਵੇ, ਸਾਡਾ ਦਿਲ ਕਰਦਾ ਹੋਵੇ ਕਿ ਅਸੀਂ ਮਿਠਾਈ ਖਾਣੀ ਹੈ ਔਰ ਅਸੀਂ ਮਿਠਾਈ ਖਾਣ ਦੇ ਵਾਸਤੇ ਕਿਤਾਬਾਂ ਲੈ ਲਈਏ ਔਰ ਰਸਗੁੱਲੇ ਬਣਾਉਣ ਲਈ, ਬਰਫੀ ਬਣਾਉਣ ਵਾਸਤੇ ਕੀ ਸਮਾਨ ਚਾਹੀਦਾ ਹੈ, ਉਹਦਾ ਤਰੀਕਾ ਕੀ ਹੈ, ਉਹ ਕਿਸ ਤਰ੍ਹਾਂ ਬਣਦੀ ਹੈ, ਉਹ ਰਾਤ ਦਿਨ ਪੜ੍ਹਨਾ ਪੜ੍ਹਾਉਣਾ ਸ਼ੁਰੂ ਕਰ ਦਈਏ ਅਤੇ ਉਹਦੇ ਨਾਲ ਜਾਂ ਬਰਫੀ ਕਹਿਣ ਦੇ ਨਾਲ ਜਾਂ ਲੱਡੂ ਕਹਿਣ ਦੇ ਨਾਲ ਨਾ ਸਾਨੂੰ ਸਵਾਦ ਆਉਂਦਾ ਹੈ, ਨਾ ਆਨੰਦ ਆਉਂਦਾ ਹੈ ਔਰ ਨਾ ਸਾਡਾ ਪੇਟ ਭਰ ਸਕਦਾ ਹੈ। ਅਗਰ ਅਸਾਂ ਬਰਫੀ ਖਾਣੀ ਹੈ, ਅਗਰ ਅਸਾਂ ਲੱਡੂ ਖਾਣੇ ਹਨ ਤੇ ਸਾਨੂੰ ਉਸ ਕਿਤਾਬ ਦੇ ਅੰਦਰ ਦੱਸੇ ਮੁਤਾਬਕ ਉਹ ਸਮਾਨ ਲੈਣਾ ਪਵੇਗਾ, ਉਹਦੇ ਮੁਤਾਬਕ ਮਿਠਾਈ ਬਣਾਉਣੀ ਪਵੇਗੀ, ਖਾਣੀ ਪਵੇਗੀ ਔਰ ਤਦ ਜਾ ਕਰਕੇ ਸਾਡੀ ਮਨ ਇੱਛਤ ਜਿਹੜੀ ਇੱਛਾ ਹੈ, ਸਵਾਦ ਜਿਹੜਾ ਹੈ ਉਹ ਸਾਡਾ ਪੂਰਾ ਹੋ ਸਕਦਾ ਹੈ। ਇਸੇ ਹੀ ਤਰ੍ਹਾਂ ਸਾਡੇ ਜਿਤਨੇ ਵੀ ਮਹਾਂਪੁਰਸ਼ਾਂ ਦੇ ਰਚੇ ਹੋਏ ਗ੍ਰੰਥ ਨੇ, ਇਹਨਾਂ ਦੇ ਅੰਦਰ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਿਆ ਜਾਂਦਾ ਹੈ, ਉਹਦੀ ਉਪਮਾ ਦੱਸੀ ਜਾਂਦੀ ਹੈ, ਉਹਦੀ ਵਡਿਆਈ ਦੱਸੀ ਜਾਂਦੀ ਹੈ, ਲੇਕਿਨ ਉਸ ਨੂੰ ਪਾਵਨ ਵਾਸਤੇ ਜੋ ਸਾਧਨ ਹੈ ਉਹ ਉਹਨਾਂ ਦੇ ਵਿੱਚੋਂ ਨਹੀਂ ਮਿਲਦਾ। ਉਹ ਸਾਧਨ ਉਹਨਾਂ ਮਹਾਂਪੁਰਸ਼ਾਂ ਦੇ ਪਾਸੋਂ ਮਿਲਦਾ ਹੈ, ਉਹਨਾਂ ਪੂਰਨ ਪੁਰਖਾਂ ਦੇ ਪਾਸੋਂ ਮਿਲਦਾ ਹੈ ਜਿਨ੍ਹਾਂ ਵੱਲ ਇਸ਼ਾਰਾ ਕੀਤਾ ਗਿਆ ਹੈ, ਜਾਂ ਪਰਮਾਤਮਾ ਨੇ ਜਿਨ੍ਹਾਂ ਨੂੰ ਮੁਕਰਰ ਕਰਕੇ ਇਸ ਧਰਤੀ 'ਤੇ ਭੇਜਿਆ ਹੈ। ਕਿਹਾ ਜਾਂਦਾ ਹੈ ਕਿ ਸੰਤ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਨੇ ਤੇਤਾ ਬਖਿਆਨੇ। ਔਰ ਨਾਮ ਜੇ ਚਾਹੀਦਾ ਹੈ, ਨਾਮ ਜੇ ਲੈਣਾ ਹੈ, ਉਹ ਐਵੇਂ ਨਹੀਂ ਮਿਲ ਜਾਂਦਾ, ਇਤਨਾ ਸੌਖਾ ਨਹੀਂ ਮਿਲ ਜਾਂਦਾ ਔਰ ਉਹਦੇ ਵਾਸਤੇ ਮਹਾਂਪੁਰਸ਼ਾਂ ਦੀ ਤਲਾਸ਼ ਕਰਨੀ ਪੈਂਦੀ ਹੈ ਜਾਂ ਮਹਾਂਪੁਰਸ਼ ਸਾਨੂੰ ਆਪ ਤਲਾਸ਼ ਕਰ ਲੈਂਦੇ ਹਨ। ਅਗਰ ਸਾਡੇ ਸੰਜੋਗਾਂ ਦੇ ਵਿੱਚ ਸੰਤਾਂ ਦਾ ਮਿਲਨ ਹੈ, ਨਾਮ ਦੀ ਪ੍ਰਾਪਤੀ ਹੈ, ਪ੍ਰਭੂ ਨੂੰ ਮਿਲਣ ਦਾ ਸੰਜੋਗ ਹੈ ਤੇ ਉਹ ਸਾਨੂੰ ਇਸ ਨਾਮ ਦੀ ਬਖਸ਼ਿਸ਼ ਕਰ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਪ੍ਰੇਮ ਪਿਆਲਾ ਖਸਮ ਕਾ ਜਹ ਭਾਵੇ ਤੰਦੇ। ਜਿਹੜਾ ਖਸਮ ਦਾ ਪ੍ਰੇਮ ਪਿਆਲਾ ਹੈ ਉਹ ਜਿਹਨੂੰ ਪਾਉਂਦਾ ਹੈ ਉਸ ਨੂੰ ਦੇ ਦਿੰਦੇ ਹਨ। ਔਰ ਉਹ ਜਦ ਅਸੀਂ ਰਸਤਾ ਅਖਤਿਆਰ ਕਰਦੇ ਹਾਂ, ਉਹ ਨਾਮ ਲੈਂਦੇ ਹਾਂ, ਨਾਮ ਦੀ ਕਮਾਈ ਕਰਦੇ ਹਾਂ, ਫਿਰ ਸਾਨੂੰ ਉਸ ਮਾਲਕ ਦਾ ਮਿਲਨ ਹੋ ਸਕਦਾ ਹੈ। ਹੁੰਦਾ ਕੀ ਹੈ ਕਿ ਅਸੀਂ ਸੁਣਾ ਕਰਕੇ ਸ਼ੌਕ ਜਾਗਦਾ ਹੈ, ਚਿੱਤ ਕਰਦਾ ਹੈ, ਨਾਮ ਲੈ ਲੈਂਦੇ ਹਾਂ ਔਰ ਆਪਣੇ ਆਪ 'ਚ ਕਹਿੰਦੇ ਹਾਂ, ਸਮਝ ਲੈਂਦੇ ਹਾਂ ਕਿ ਅਸੀਂ ਸਤਸੰਗੀ ਬਣ ਗਏ। ਨਾਮ ਲੈਣ ਦੇ ਨਾਲ ਕੁਝ ਸਤਸੰਗੀ ਨਹੀਂ ਬਣ ਜਾਂਦਾ, ਕੁਝ ਸਤਸੰਗੀ ਉਸ ਨੂੰ ਆਖਿਆ ਨਹੀਂ ਜਾਂਦਾ ਜਦ ਤੱਕ ਜੀਵ ਨਾਮ ਲੈ ਕਰਕੇ ਔਰ ਨਾਮ ਦੀ ਕਮਾਈ ਨਹੀਂ ਕਰਦਾ। ਕਮਾਈ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ ਉਸ ਨਾਮ ਦਾ ਜਿਹੜਾ ਹੱਕ ਹੈ ਫਿਰ ਸਾਨੂੰ ਮਿਲਦਾ ਹੈ, ਉਸ ਨਾਮ ਦਾ ਜਿਹੜਾ ਫਲ ਹੈ ਫਿਰ ਸਾਨੂੰ ਹਾਸਲ ਹੁੰਦਾ ਹੈ। ਅਤੇ ਮਹਾਰਾਜ ਫਰਮਾਨ ਕਰਦੇ ਨੇ ਕਿ ਕਦੇ ਕਦੇ ਇਹ ਠੀਕ ਹੈ ਕਿ ਜੀਵ ਨਾਮ ਕਮਾਈ ਕਰਕੇ ਔਰ ਇਸ ਸੰਸਾਰ ਜਗਤ ਦੇ ਅੰਦਰ ਇਹ ਸਤੋਗੁਣੀ ਰਸਤਾ ਅਖਤਿਆਰ ਕਰਕੇ ਤਮੋਗੁਣ ਤੋਂ ਬਾਅਦ, ਰਜੋਗੁਣ ਤੋਂ ਬਾਅਦ ਜਦ ਨਾਮ ਕਮਾਈ ਕਰਦਾ ਹੈ, ਨੇਮ ਨਾ ਗੁਰਦੁਆਰੇ ਮੰਦਰ ਮਸੀਤੇ ਜਾਂਦਾ ਹੈ, ਗੁਰੂ ਘਰ ਜਾਂਦਾ ਹੈ, ਗੁਰੂ ਦੇ ਦਰਸ਼ਨ ਪਰਸ਼ਨ ਕਰਦਾ ਹੈ ਅਤੇ ਇਹਦੇ ਵਿੱਚ ਵੀ ਕੂਨਤਾਈ ਆਪਣੇ ਜੀਵਨ 'ਚ ਆ ਜਾਂਦੀ ਹੈ, ਜਿਸ ਨੂੰ ਹਉਮੈ ਕਹਿੰਦੇ ਹਨ, ਕਿ ਜਿਸ ਨੂੰ ਹੰਕਾਰ ਕਿਹਾ ਜਾਂਦਾ ਹੈ ਕਿ ਮੈਂ ਨਿਯਮ ਨਾਲ ਸਕੂਲੇ ਜਾਂਦਾ, ਮੈਂ ਨਿਯਮ ਦੇ ਨਾਲ ਗੁਰੂ ਘਰ ਜਾਂਦਾ, ਮੈਂ ਨਿਯਮ ਦੇ ਨਾਲ
ਸਿਮਰਨ ਕਰਦਾ ਹਾਂ। ਇਹ ਚੀਜ਼ ਕਦੇ ਕਦੇ ਸਾਨੂੰ ਹਉਮੈ ਔਰ ਹੰਕਾਰ ਦੇ ਦਰਵਾਜ਼ੇ 'ਤੇ ਲਿਆ ਕੇ ਖੜਾ ਕਰ ਦਿੰਦੀ ਹੈ। ਔਰ ਮਹਾਰਾਜ ਫਰਮਾਉਂਦੇ ਹਨ, ਹਰ ਜੀਓ ਹੰਕਾਰ ਨਾ ਪਾਵੇ, ਕਿਉਂਕਿ ਹੰਕਾਰੀ ਹੋਣ ਵਾਸਤੇ ਕਿਸੇ ਚੀਜ਼ ਦਾ ਹੋਣਾ ਜ਼ਰੂਰੀ ਹੈ। ਅਗਰ ਪੱਲੇ ਧਨ ਨਹੀਂ ਹੈ ਤਾਂ ਬੰਦਾ ਹੰਕਾਰ ਕਿਹੜੇ ਸਿਰ 'ਤੇ ਕਰੇਗਾ। ਅਗਰ ਬੰਦੇ ਦੇ ਪਾਸ ਗੁਣ ਨਹੀਂ ਹੈ ਕੋਈ, ਤੇ ਉਹ ਹਉਮੈ ਹੰਕਾਰ ਕਿਹਦੇ ਆਸਰੇ 'ਤੇ ਕਰੇਗਾ। ਧਨ ਦਾ ਹੰਕਾਰ, ਤਾਕਤ ਦਾ ਹੰਕਾਰ, ਗਿਆਨ ਦਾ ਹੰਕਾਰ, ਪੈਸੇ ਧੇਲੇ ਦਾ ਹੰਕਾਰ ਜਿਹੜਾ ਹੈ ਇਸੇ ਵਾਸਤੇ ਹੋ ਜਾਂਦਾ ਹੈ ਕਿ ਹੰਕਾਰ ਕਰਨ ਵਾਸਤੇ ਉਹਦੇ ਪਾਸ ਕੁਝ ਹੁੰਦਾ ਹੈ। ਹੁਣ ਗਰੀਬ ਆਦਮੀ ਇਹ ਕਿਹਦੇ ਸਿਰ 'ਤੇ ਹੰਕਾਰ ਕਰੇਗਾ। ਇੱਕ ਅਨਪੜ੍ਹ ਅਗਿਆਨੀ ਆਦਮੀ ਕਿਸ ਚੀਜ਼ ਦੇ ਸਿਰ 'ਤੇ ਹੰਕਾਰ ਕਰੇਗਾ। ਇੱਕ ਕਮਜ਼ੋਰ ਔਰ ਬੁਝਦਿਲ ਆਦਮੀ ਕਿਹੜੇ ਹੰਕਾਰ ਦੇ ਬਲਬੂਤੇ 'ਤੇ ਹੰਕਾਰ ਕਰੇਗਾ। ਜਿਹਦੇ ਕੋ ਹੈ ਹੀ ਕੁਛ ਨਹੀਂ, ਗੰਜੀ ਨਾਵੇਗੀ ਕੀ, ਗੰਜੀ ਵਾਵੇਗੀ ਕੀ। ਉਹ ਕਾਹਦੇ ਸਿਰ 'ਤੇ ਹਉਮੈ ਕਰੇਗਾ, ਕਿਹੜੇ ਚੀਜ਼ ਦੇ ਉੱਤੇ ਹੰਕਾਰ ਕਰੇਗਾ। ਹੰਕਾਰ ਕਰਨ ਵਾਸਤੇ ਉਹਦੇ ਪਾਸ ਕੁਛ ਨਾ ਕੁਛ ਚਾਹੀਦਾ ਹੈ। ਅਤੇ ਇਹ ਜਿਹੜੀ ਚੀਜ਼ ਹੈ ਸਾਨੂੰ ਹਉਮੈ ਦੇ ਦਿੰਦੀ ਹੈ, ਹੰਕਾਰ ਦੇ ਦਿੰਦੀ ਹੈ। ਫਿਰ ਸਾਡੇ ਮਹਾਂਪੁਰਸ਼ਾਂ ਨੇ ਜਿਨ੍ਹਾਂ ਸਾਨੂੰ ਨਾਮ ਦੀ ਬਖਸ਼ਿਸ਼ ਕੀਤੀ, ਧੰਨ ਸਵੇਲਾ ਆਇਆ ਜਦ ਸਾਡੇ ਜੀਵਨ ਕਾਲ 'ਚ, ਉਹਨਾਂ ਫਿਰ ਸਾਡੇ ਇਸ ਰੋਗ ਦਾ, ਕਿਹੜੇ ਰੋਗ ਦਾ, ਜਿਹੜਾ ਹਉਮੈ ਦਾ ਰੋਗ ਹੈ, ਹੰਕਾਰ ਦਾ ਰੋਗ ਹੈ, ਇਸ ਨੂੰ ਦੀਰਘ ਰੋਗ ਕਹਿ ਕਰਕੇ ਵੀ ਯਾਦ ਕੀਤਾ ਜਾਂਦਾ ਹੈ। ਤਾਂ ਮਹਾਰਾਜ ਫਰਮਾਉਂਦੇ ਨੇ ਕਿ ਇਸ ਦੀਰਘ ਰੋਗ ਦਾ ਰਸਤਾ ਦੱਸਿਆ ਸਾਡੇ ਮਹਾਂਪੁਰਸ਼ਾਂ ਨੇ। ਪਹਿਲਾਂ ਅਸਾਂ ਬੇਨਤੀ ਕਰਦੇ ਪਏ ਸੀ ਕਿ ਅੱਜ ਤੋਂ ਸਮਾਂ ਬਹੁਤ ਚੰਗਾ ਹੈ, ਵਕਤ ਬਹੁਤ ਚੰਗਾ ਹੈ ਕਿ ਮਹਾਂਪੁਰਸ਼ ਲੋਕ ਆਵਾਜ਼ਾਂ ਮਾਰ ਮਾਰ ਕਰਕੇ ਨਾਮ ਦਿੰਦੇ ਨੇ, ਬੁਲਾ ਬੁਲਾ ਕਰਕੇ ਨਾਮ ਦਿੰਦੇ ਨੇ, ਕੋਲ ਬਿਠਾ ਬਿਠਾ ਕਰਕੇ ਨਾਮ ਦਿੰਦੇ ਨੇ। ਪੁਰਾਤਨ ਕਾਲ 'ਚ ਝਾਤੀ ਮਾਰ ਕਰਕੇ ਦੇਖੀਏ, 12 ਸਾਲ ਪੁੱਠੇ ਪੈਰੀ ਪਾਣੀ ਢੋਇਆ ਅਮਰਦਾਸ ਜੀ ਨੇ, ਤਦ ਜਾ ਕੇ ਨਾਮ ਦੀ ਦਾਤ ਉਹਨਾਂ ਦੀ ਝੋਲੀ ਦੇ ਵਿੱਚ ਪਈ। 12 ਸਾਲ ਸੁਖਦੇਵ ਮੁਨੀ ਝੂਠੀਆਂ ਪੱਤਲਾਂ ਦੇ ਵਿੱਚ ਸਮਾਂ ਗੁਜ਼ਾਰ ਗਏ ਰਾਜਾ ਜਨਕ ਦੇ ਦਰਬਾਰ 'ਚ। ਪੱਤਲਾਂ ਲੰਗਰ ਕਰੋ, ਝੂਠੀਆਂ ਬਾਹਰ ਸੁੱਟਣੀਆਂ, ਉਹਨਾਂ ਨੂੰ ਚੱਟ ਕਰਕੇ ਗੁਜ਼ਾਰਾ ਕਰਨਾ। ਉਹੀ ਠੰਡ ਗਰਮੀ ਤੋਂ ਬਚਣ ਵਾਸਤੇ ਆਪਣੇ ਸਰੀਰ 'ਤੇ ਲੈਣੀਆਂ, ਰੱਖਣੀਆਂ, ਔਰ ਤਦ ਜਾ ਕੇ ਕਿਤੇ ਨਾਮ ਦੀ ਹਾਸਲਤਾ ਹੋਈ, ਨਾਮ ਦੀ ਪ੍ਰਾਪਤੀ ਹੋਈ। ਪੁੱਛੋ ਉਹਨਾਂ ਨੂੰ ਜਾ ਕਰਕੇ ਜਿਨ੍ਹਾਂ ਨੇ ਹੁਕਮ ਦੇ ਵਿੱਚ ਆ ਕਰਕੇ ਥੜੇ ਬਣਾਏ, ਹੁਕਮ ਮਿਲਿਆ ਤੋੜ ਦੇਣ ਦਾ, ਤੋੜ ਦਿੱਤੇ। ਅਤੇ ਇਹੋ ਜਿਹੇ ਮਹਾਂਪੁਰਸ਼ ਰਾਮੂ ਤੋਂ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਣੇ। ਤੋ ਇਹ ਜਿਹੜਾ ਰਸਤਾ ਸੀ, ਉਹਨਾਂ ਨੇ ਕਿਸ ਤਰ੍ਹਾਂ ਨਾਮ ਲਿਆ। ਕਬੀਰ ਸਾਹਿਬ ਨੂੰ ਜਾ ਕਰਕੇ ਪੁੱਛੋ, ਅੱਜ ਤੋਂ ਕੋਈ ਜੀਵ ਕਿਸੇ ਦੇ ਅੱਗੇ ਝੁਕਣ ਵਾਸਤੇ ਤਿਆਰ ਨਹੀਂ ਹੈ, ਲਿਖਦਾ ਨਹੀਂ ਹੈ। ਅਸੀਂ ਗੁਰੂ ਘਰ ਜ਼ਰੂਰ ਆਉਂਦੇ ਹਾਂ, ਗੁਰਦੁਆਰੇ ਵੀ ਜਾਂਦੇ ਹਾਂ, ਮੰਦਰਾਂ ਮਸੀਤਾਂ 'ਚ ਵੀ ਜਾਂਦੇ ਹਾਂ, ਮਹਾਂਪੁਰਸ਼ਾਂ ਕੋਲ ਵੀ ਜਾਂਦੇ ਹਾਂ, ਨਮਸਕਾਰ ਵੀ ਕਰਦੇ ਹਾਂ। ਇਹ ਵੀ ਇੱਕ 9 ਭਗਤੀਆਂ ਦੇ ਵਿੱਚੋਂ ਇੱਕ ਭਗਤੀ ਹੈ, ਨਮਸਕਾਰ ਭਗਤੀ। ਅਗਰ ਕਿਸੇ ਨੂੰ ਕਰਨੀ ਆਂਦੀ ਹੋਵੇ ਤੇ ਹੁੰਦਾ ਕੀ ਹੈ, ਸਰੀਰ ਜਿਹੜਾ ਹੈ ਮ੍ਰਿਤਕ ਦੇਹ ਦੇ ਵਾਂਗੂ ਗੁਰੂ ਘਰ ਆ ਜਾਂਦਾ ਹੈ, ਗੁਰਾਂ ਦੇ ਕੋਲ ਆ ਜਾਂਦਾ ਹੈ। ਅਤੇ ਜਿਹੜਾ ਹਉਮੈ ਦਾ ਸਰੀਰ ਹੈ ਉਹ ਅਸੀਂ ਬਾਹਰ ਖੜਾ ਕਰ ਆਉਂਦੇ ਹਾਂ। ਹੰਕਾਰ ਦਾ ਜਿਹੜਾ ਤਨ ਹੈ ਉਹ ਬਾਹਰ ਖੜਾ ਕਰ ਆਉਂਦੇ ਹਾਂ ਕਿ ਅਸੀਂ ਥੋੜ੍ਹੀ ਕੀਤੇ ਕਿਧਰੇ ਲਿਫਣਾ ਨਹੀਂ ਹੈ, ਅਸਾਂ ਝੁਕਣਾ ਨਹੀਂ ਹੈ, ਉਸ ਨੂੰ ਅਸੀਂ ਬਾਹਰ ਖੜਾ ਕਰਾਂਗੇ। ਜਾਂਦੇ ਹਾਂ, ਉਸ ਨੂੰ ਆਪਣੇ ਸਰੀਰ 'ਤੇ ਫਿਰ ਚੁੱਕ ਕੇ
ਹਉਮੈ ਤੇ ਹੰਕਾਰ ਦੇ ਤਨ ਨੂੰ ਫਿਰ ਆਪਣੇ ਨਾਲ ਲੈ ਜਾਂਦੇ ਆ, ਗੁਰੂ ਘਰ ਜਾਂਦੇ ਆ, ਜਿੱਦਾਂ ਜੋੜੇ ਬਾਹਰ ਲਾ ਕਰਕੇ ਆਏ ਆਪਾਂ, ਜਾਣ ਲੱਗਿਆ ਫਿਰ ਪਾ ਕੇ ਚਲੇ ਜਾਵਾਂਗੇ। ਹਉਮੈ ਨੂੰ ਬਾਹਰ ਖਿਲਾਰ ਆਉਂਦੇ ਕਿ ਤੂੰ ਠਹਿਰ, ਚਾਹੇ ਤੀਰਥਾਂ ਤੇ ਜਾਈਏ ਚਾਹੇ ਗੁਰੂ ਘਰ ਜਾਈਏ, ਕਿ ਤੂੰ ਇੱਥੇ ਖਲੋ, ਮੈਂ ਹੁਣੇ ਆਇਆ। ਅੰਦਰ ਆਣਾ, ਨਾਤੇ ਧੋਤੇ, ਦਰਸ਼ਨ ਪਰਸ਼ਨ ਕੀਤੇ, ਲੰਗਰ ਪਾਣੀ ਛਕਿਆ, ਜਾਣ ਲੱਗੇ ਉਸ ਹਉਮੈ ਰੂਪੀ ਸਰੀਰ ਨੂੰ, ਚੱਲ ਵੀ ਭਰਾਵਾ ਆ ਜਾ ਸਾਡੀ ਪਿੱਠ ਤੇ, ਆਪਾਂ ਘਰ ਨੂੰ ਚੱਲੀਏ। ਅਗਰ ਝੁਕਣਾ ਨਾ ਦੱਸਿਆ ਹੁੰਦਾ ਤੇ ਪਰਮਾਤਮਾ ਇੱਥੇ ਕਬਜ਼ਾ ਲਾ ਕਰਕੇ ਨਾ ਭੇਜਦਾ, ਸਾਡੀ ਗਰਦਨ ਦੇ ਅੰਦਰ ਇਹ 'ਚ ਕੋਈ ਰਾੜ ਫਿੱਟ ਕਰ ਦਿੰਦਾ, ਸਰੀਆ ਫਿੱਟ ਕਰ ਦਿੰਦਾ ਕਿ ਨਾ ਝੁਕਦੀ ਹੈ। ਤੋ ਮਹਾਰਾਜ ਫਰਮਾਉਂਦੇ ਨੇ ਕਿ ਨਾਨਕ ਨੀਵਾਂ ਜੋ ਚੱਲੇ ਲਗੇ ਨਾ ਤਤੀ ਵਾਹ, ਇੱਕ ਨਿਮਰਤਾ ਦਾ ਰਸਤਾ। ਤੂਫਾਨ ਆਇਆ, ਝੱਖੜ ਆਇਆ, ਬਾਰਿਸ਼ ਆਈ, ਬਾਂਸ ਦੇ ਬੂਟੇ ਸਭ ਜੰਗਲਾਂ ਟੁੱਟ ਗਏ। ਜਿਹੜੇ ਬੈਂਤ ਦੇ ਬੂਟੇ ਸੀ ਉਹ ਨਾ ਟੁੱਟ ਸਕੇ। ਉਹਨਾਂ ਨੂੰ ਪੁੱਛਿਆ ਤੁਸੀਂ ਕਿਉਂ ਨਹੀਂ ਟੁੱਟੇ? ਬਾਰਿਸ਼ ਤਾਂ ਸਾਂਝੀ ਪਈ, ਹਵਾ ਸਾਂਝੀ ਆਈ। ਉਹ ਆਖਣ ਲੱਗੇ ਜਦ ਹਵਾ ਦਾ ਵੇਗ ਆਉਂਦਾ ਸੀ, ਜਲ ਦਾ ਵੇਗ ਆਉਂਦਾ ਸੀ, ਅਸੀਂ ਉਹਦੇ ਨਾਲ ਹੀ ਮੁੜ ਜਾਂਦੇ ਸਾਂ, ਝੁਕ ਜਾਂਦੇ ਸਾਂ, ਜਿਹਦੇ ਕਰਕੇ ਉਹ ਤੂਫਾਨ, ਉਹ ਪਾਣੀ, ਉਹ ਜਲ ਦਾ ਬਹਾਵ ਸਾਡਾ ਕੁਝ ਨਹੀਂ ਵਿਗੜ ਸਕਿਆ। ਤੇ ਜਿਹੜੇ ਆਕੜ ਕੇ ਖੜੇ ਰਹੇ, ਹਉਮੈ 'ਚ ਖੜੇ ਰਹੇ, ਉਹਨਾਂ ਨੂੰ ਤੋੜ ਕਰਕੇ ਉਹ ਲੈ ਗਏ। ਤਾਂ ਮਹਾਰਾਜ ਫਰਮਾਉਂਦੇ ਨੇ ਕਿ ਗੁਰੂ ਘਰ ਦੇ ਅੰਦਰ ਹੀ ਇਹ ਰਸਤੇ ਦੱਸੇ ਗਏ, ਇਹ ਮਾਰਗ ਦੱਸੇ ਗਏ। ਗੁਰੂ ਅਮਰਦਾਸ ਜੀ ਨੇ ਆਪਣੇ ਜੀਵਨ ਕਾਲ ਦਾ ਤਜਰਬਾ ਸਾਨੂੰ ਦਿੱਤਾ, ਜਿਹੜਾ ਬਾਰ-ਬਾਰ ਅਸਾਂ ਸੁਣਿਆ, ਇੱਕ ਕੰਨ ਚੋਂ ਔਰ ਦੂਸਰੇ ਕੰਨ ਚੋਂ ਕੱਢਿਆ। ਮਹਾਰਾਜ ਜੀ ਨੇ ਫਰਮਾਇਆ ਕਿ ਸਤਿਗੁਰੂ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਨਾ, ਹਉਮੈ ਵਿੱਚੋਂ ਜਾਏ। 100 ਚੋਂ 100 ਬੰਦੇ ਨੂੰ ਨਹੀਂ ਪਤਾ ਸਤਿਗੁਰੂ ਕਿਸ ਨੂੰ ਕਹਿੰਦੇ ਨੇ। ਇੱਥੇ ਵੀ ਜਿਹੜੇ ਬੈਠੇ ਨੇ ਇਹਨਾਂ ਨੂੰ ਨਹੀਂ ਪਤਾ ਸਤਿਗੁਰੂ ਕਿੱਥੇ ਰਹਿੰਦਾ। ਅਸੀਂ ਤੁਸੀਂ ਇਹ ਗਿਣ ਲੈਂਦੇ ਆ ਸਾਡੇ ਮਹਾਰਾਜ ਜਿਹੜੇ ਸਾਡੇ ਸਾਹਮਣੇ ਨੇ, ਇਹ ਸਾਡੇ ਸਤਿਗੁਰ ਨੇ, ਇਹ ਤਾਂ ਗੁਰੂ ਸਰੂਪ ਹੈ, ਇਹ ਤਾਂ ਗੁਰੂ ਸਰੂਪ ਹੈ। ਬਾਣੀ 'ਚ 2 ਅੱਖਰ ਗਿਣੇ ਜਾਂਦੇ ਨੇ, ਗੁਰੂ ਮੇਰੇ ਪ੍ਰਾਣ, ਸਤਿਗੁਰ ਮੇਰੀ ਆਸ। ਗੁਰੂ ਦੇ ਸਾਹਮਣੇ ਖੜਾ ਹੈ, ਜਿਹੜਾ ਅੰਧਕਾਰ ਤੇ ਪ੍ਰਕਾਸ਼ ਹੁੰਦਾ ਹੈ। ਗੁਕਾਰ ਮੈਨੇ ਅੰਧੇਰਾ, ਰੁਕਾਰ ਮੈਨੇ ਉਜਾਲਾ। ਜਿਹੜਾ ਰੌਸ਼ਨੀ ਦੀ ਕਿਰਨ ਦਿੰਦਾ ਸਾਨੂੰ, ਜਿਹੜਾ ਗਿਆਨ ਦਿੰਦਾ ਸਾਨੂੰ ਪਰਮਾਤਮਾ ਪਾਉਣ ਦਾ, ਜਿਹੜਾ ਉਹਦੇ ਘਰ ਦਾ ਨਾਮ ਦੱਸਦਾ ਹੈ, ਜਿਹੜਾ ਉਹਦੇ ਘਰ ਦਾ ਰਸਤਾ ਦੱਸਦਾ ਹੈ, ਭਾਵੇਂ ਨਿਰਗੁਣ ਸਰਗੁਣ ਆਦਿ ਸ਼ਬਦ ਇੱਕੋ ਹੀ ਰੂਪ ਨੇ। ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਗਈ ਹੈ। ਮਹਾਰਾਜ ਫਰਮਾਉਂਦੇ ਨੇ ਕਿ ਭਾਈ ਗੁਰੂ ਪਰਮੇਸ਼ਵਰ ਏਕੋ ਜਾਨ, ਜਾਂ ਪਲਟੂ ਸਾਹਿਬ ਜੀ ਐਵੇਂ ਕਹਿੰਦੇ ਨੇ, ਪਲਟੂ ਪ੍ਰਥਮੇ ਸੰਤ ਹੈ, ਦੂਜੇ ਮੇ ਕਰਤਾਰ। ਤਾਂ ਮਹਾਰਾਜ ਕਹਿੰਦੇ ਨੇ ਗੁਰੂ ਸਾਡੇ ਸਾਹਮਣੇ ਹੈ, ਉਸਨੇ ਨਾਮ ਦਿੱਤਾ, ਉਸਨੇ ਸੇਵਾ ਕਰਨ ਦਾ ਮੌਕਾ ਵੀ ਦਿੱਤਾ। ਜਿੱਥੇ ਅਸਾਂ ਤਨ ਦੀ ਸੇਵਾ ਕੀਤੀ, ਕਿਸੇ ਨੇ ਧਨ ਦੀ ਸੇਵਾ ਕੀਤੀ, ਕਿਸੇ ਨੇ ਮਨ ਦੀ ਸੇਵਾ ਕੀਤੀ, ਕਿਸੇ ਨੇ ਮਨ ਕਰਕੇ ਧਨ ਦੀ ਸੇਵਾ ਕੀਤੀ, ਕਿਸੇ ਨੇ ਲਾਲਚ ਕਰਕੇ ਕੀਤੀ ਧਨ ਦੀ ਸੇਵਾ, ਧਨ ਦੀ ਸੇਵਾ। ਇਹ ਧਨ ਦੀ ਸੇਵਾ, ਤਨ ਦੀ ਸੇਵਾ, ਇਹਨਾਂ ਦੇ ਨਾਲ ਕੋਈ ਪਰਮਾਤਮਾ ਨਹੀਂ ਮਿਲਦਾ। ਗਾਣਾ ਵੀ ਕਹਿੰਦਾ ਨਾ ਕਿ ਜੇ ਸੱਜਣ ਕਿਤੇ ਖਰੀਦਣਾ ਹੋਵੇ, ਮੁੱਲ ਵਿਕਦਾ ਸੱਜਣ ਮਿਲ ਜਾਵੇ, ਲੈ ਲਵਾਂ ਮੈਂ ਜਿੰਦ ਵੇਚ ਕੇ। ਜੋ ਮੁੱਲ ਵਿਕਦਾ ਹੋਵੇ, ਉਹ ਤਾਂ ਮੁੱਲ ਵਿਕਦਾ ਨਹੀਂ, ਨਾ
ਉਹਦਾ ਕੋਈ ਖਰੀਦਦਾਰ ਅੱਜ ਤੱਕ ਪੈਦਾ ਹੋਇਆ, ਨਾ ਉਸਨੂੰ ਖਰੀਦ ਸਕਿਆ ਕੋਈ, ਨਾ ਪੈਸੇ ਦੇ ਬਲਬੂਤੇ ਤੇ, ਨਾ ਤਨ ਦੇ ਜ਼ੋਰ ਤੇ। ਅਗਰ ਤਨ ਦੇ ਜ਼ੋਰ ਤੇ ਕਿਸੇ ਨੇ ਕੁਝ ਕਰਨਾ ਚਾਹਿਆ, ਜਾਂ ਇਹਨਾਂ ਨੂੰ ਸ਼ਹੀਦ ਕਰ ਦਿੱਤਾ, ਜਾਂ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿੱਤਾ। ਔਰ ਕਿਸੇ ਨੇ दूसरे रूप खरीदना चाहा पैसे दे नाल, तो जितने भी धनाड़ हो चुके ने, कारू बादशाह वर्गे, हारू बादशाह वर्गे या होर, वो रब नूं अज खरीद के तिजोरियां च बंद कर लेंदे। साडे तुहाडे वास्ते रब धरती ते ना बचदा। रब दी रहमत, रब दी कृपा, परमात्मा नूं वो अपनी तिजोरियां, अपनी संदूकड़ियां च बंद करके रख देंगे। वो ना खरीदया गया, ना कोई खरीदार पैदा होया। हाँ, अगर किसी ने खरीदया तो ऐसे पैदा हुए ने धरती दे उत्ते जिन्हां ने प्यार दे बलबूते ते, जिन्हां दे प्रेम ने बलबूते ते, कहते कच्चे धागे से बंधे आएंगे सरकार, शरदा दे बूट, शरदा दे बलबूते, विश्वास अकीदे दे बलबूते दे, प्रेम प्यार दे बलबूते दे उत्ते जे द्रौपदी ने भी कृष्ण नूं याद किया तो परमात्मा आन बोड़िया। जे भगत प्रहलाद ने भी याद किया अपने मालिक नूं, अपने ईश्वर नूं, नरसिंह रूप बन करके उहदी खातर आन बोड़िया। जे ध्रुव भगत ने भी किते पुकार लगाई है, वो तां भी आन पहुंचे है। तो कहवन का भाव यह है कि जे मक्खन शाह लुबाणे वर्गे ने भी शरदा ना किते याद किया है, तो भावें गुफा दे अंदर जिन्हों दुनिया उस वेले अपनी मन मत के मुताबिक तेगू कमला कह करके याद करती सी, साहब गुरु तेग बहादुर साहब सच्चे पातशाह जी नूं ते ओहदे अरदास बेनती अरजोई ते रब उत्थे भी जाके मोढा दे के उसदे जहाज दे बेड़े नूं पार लगा दिंदा है। तो कहवन दा भाव यह है, कोई कवे दा सही सच्चे दिलों के दर्शन देख, जीवा गुर तेरा पूर्ण कर्म होए प्रभ मेरा। तो उन्होंने रास्ता दिता कि सतगुरु की सेवा सफल है जे को करे चित लाए। जिदा सिक्के दे दो पहलू ने, इसे तरह साडे सामने परमात्मा के तीन रूप ने। निंकार रूप है एक उसका, जिसनों निर्गुण भी कह सकते हैं। एक साकार रूप है इसका, सरगुण रूप भी कह सकते हैं। जिमें गुरु नानक साहब पातशाह जी के बारे कहा जाता है, आप नारायण कला तार जग में परवरियो, निंकार अकाल जोत जग मंडल करे। वो निंकार, वो निर्गुण, सरगुण बन के धरती ते आया और आके सत नाम पढ़ मंत्र सुनाया, किन्हां नूं? जीवां नूं। रब दे पासे लाया, परमात्मा दे पासे लाया। तो महाराज जी फरमान करते ने कि भाई जिन्हों नामी मिल जाए, नामी किसनों कहते हैं? जिदा पैसे वाले नूं तनाड़ कह देंगे ने, अमीर बंदा कह देंगे ने, कोई पैसे धेले वाला कह देंगे ने, ते जिहड़ा है ही गरीब, जिहदे जेब च है ही कख नहीं, उन्होंने कौन उम्मीद करेगा? उतों की कोई आस रखेगा? जिहदे पल्ले चार पैसे, जिहदे कोल चार कौड़ियां, जिहदे पल्ले धन, उन्होंने लोग कह देंगे ने धनी आदमी है। भावें गुजरात दे विच जे चले जाइए ते धनी धन नूं नहीं कहंदे, पैसे नूं नहीं कहंदे, उसे धनी कहंदे ने पति नूं। पति नूं धनी कहा जाता है गुजरात दे विच। बाणी पढ़िए, व्याकरण तो वाकिफ होइए, फिर ये मतलब का पता लगता है। जिमें दीन धर्म चलाया,
ਬਾਦਸ਼ਾਹ ਲੋਕਾਂ ਨੇ, ਅਕੂਲ ਵਰਗਿਆਂ ਨੇ। ਔਰ ਭਗਤ ਰਵਿਦਾਸ ਜੀ ਵੀ ਦੀਨ ਸ਼ਬਦ ਨੂੰ ਇਸਤੇਮਾਲ ਕਰਦੇ ਨੇ। ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੇ। ਇੱਥੇ ਦੀਨ ਦਾ ਮਤਲਬ ਕਿਸੇ ਧਰਮ ਦੇ ਨਾਲ ਨਹੀਂ ਹੈ। ਇੱਥੇ ਕੌਣ ਹੈ? ਅਸੀਂ ਮਹਾਰਾਜ ਬਹੁਤ ਦੀਨਹੀਨ, ਸਾਡੇ ਪਾਸ ਕੁਛ ਨਹੀਂ। ਹਮ ਸਰ ਦੀਨ ਦयाल न तुम सर। दाता तेरे वर्गा दयाल दुनिया ते कोई नहीं है। तेरे वर्गा दयालु कृपालु मेहरबान दुनिया ते कोई नहीं है। साढ़े वर्गे कमले दीनहीन इस संसार दे विच किथे मिलणगे। तो कहवन दा भाव यह है कि धनी उसनूं कहा जाता जिहदे पास धन होवे, ते जिहदे पास नाम धन होवे उसनूं संत महात्मा पूਰਨ पुरख कहा जाता है। असां अगे भी कई बार सत्संगां 'च बेनती की है कि जिहदे पास चार चीज़ां होण। पहला, जिहदे पास साधन होवे, आत्मा ते परमात्मा दे मिलन दा, भाव सागर पार करन दा। ਆਪਾਂ ਕਲਯੁਗ ਵਿੱਚ ਰਹਿ ਰਹੇ, ਪੁਰਾਤਨ ਸਮਿਆਂ ਨੂੰ ਛੱਡ ਦਈਏ ਜੇ, ਸਤਯੁਗ ਤ੍ਰੇਤਾ ਦੁਆਪਰ ਨੂੰ, ਤੇ ਕਲਯੁਗ ਵਿੱਚ ਕਲ ਕੇਵਲ ਨਾਮ ਆਧਾਰਾ ਹੈ। ਪੂਰਨ ਪੁਰਖ ਉਹ ਹੈ ਜਿਹਦੇ ਪਾਸ ਸਾਧਨ ਹੈ, ਨਾਮ ਹੈ, ਪੱਲੇ ਨਾਮ ਧਨ ਹੈ, परमात्मा वालों मुकर्रर ने, वंडन की ताकत है, देवन की ताकत है, देवन वास्ते आए ने, साढ़े खजाने भरन वास्ते आए ने। दूसरे नंबर, महापुरख अगर कोई है ਉਹਦੇ पास शास्त्र होगा। शास्त्र आप पुरातन इतिहास निगाह मार के देख लो, चाहे रामायण है, गीता है, कुरान है, दरबार साहब है, ये शास्त्र गिने जाते हैं। चाहे चार वेद ने, ये कोई उत्तों दे करके नहीं कोई चला गया। आकाशवाणी उस मालिक दी है, उस परमात्मा दी है। किन्ना दे द्वारा आई, किन्ना नूं मान तान मिलिया, और किन्ना ने उस आवाज़ नूं सुनिया, सुन करके और उसका संग्रह किया। और खसम दा फरमान, प्रभु दा खसम, खसम दा, प्रभु दा, परमात्मा दा जो पिछे आवाज़ा सी, उसनूं जद संग्रह किया गया, कदे उन्हां दा ना पोथियां धरिया गया, कदे उस आवाज़ नूं गीत भी किया गया, कदे गाने भी किया गया। और चूंकि महापुरुषों द्वारा रचित सी, साडे गुरुआं द्वारा रचित सी, वो आवाज़ सुन के उन्हां द्वारा बयान सी अगे, उन्हां ने साडे सामने ग्रंथां के रूप च दिती। गुरां की बाणी बनी, तुरकी बाणी, बाणी तुरदी सी, गुरां द्वारा सानू मिली, गुरां की बाणी बनी। और यह तुर की बाणी जिहड़ी है आई, तिन सगली चिंत मिटाई। जिहड़ी खुशखुशी, जिहड़ी चिंता, जिहड़ी परेशानी साडे जीवन काल च आंदी है, ये तुर की बाणी, प्रभु बाणी, भाव नाम, नाम लैण नाल नहीं, नाम जपन दे नाल, नाम की कमाई करन दे नाल साड़ी जिहड़ी चिंता है, जिहदे जीव रोज जलदा है, रोज सड़दा है, चिता दा एक बारी साड़ दिंदी है। एक बार राम नाम सत होए, चौं दे मोढियां दे चढ़ के सवार तुर पे, और चिखा ने एक बारी साड़ के सुहा कर दिता। लेकिन चिंता रोज साड़दी,
ਸੁਬਾਹ ਸ਼ਾਮ ਉੱਠਦੇ ਬਹਿੰਦੇ, ਤੇ ਮਹਾਰਾਜ ਫਰਮਾਉਂਦੇ ਨੇ ਉਹਦੇ ਵਾਸਤੇ ਤੁਰ ਕੀ ਬਾਣੀ ਸਹਾਈ। ਤੇ ਮਹਾਰਾਜ ਕਹਿੰਦੇ ਨਾਮ ਧਨੀ ਨੇ ਜਿਹੜੇ, ਨਾਮ ਧਨ ਦੇ ਮਾਲਕ ਨੇ ਜਿਹੜੇ, ਜਿਨ੍ਹਾਂ ਕਮਾਈਆਂ ਕੀਤੀਆਂ ਨੇ, ਜਿਨ੍ਹਾਂ ਕੋਲ ਦਮੜੇ ਨੇ ਸਮਝੋ ਨਾਮ ਦੀ ਕਮਾਈ ਦੇ, ਖਜ਼ਾਨੇ ਨੇ ਜਿਨ੍ਹਾਂ ਦੇ ਪਾਸ ਭਰੇ, ਉਹਨਾਂ ਦੇ ਪਾਸੋਂ ਸਾਨੂੰ ਉਹ ਨਾਮ ਧਨ ਮਿਲਦਾ ਹੈ। ਤੋ ਜ਼ਿਆਦਾ ਨਾ ਕਹਿੰਦੇ ਹੋਏ ਇੱਥੇ ਸਮਾਂ ਦੇ ਜਾਚਕ ਹਾਂ, ਬਾਕੀ ਕੋਈ ਅਕਰਵਾਦ ਘਾਟ ਭੁੱਲ ਚੁੱਕ ਹੋ ਜਾਂਦੀ ਕਿਸੇ ਵੇਲੇ, ਉਹ क्षमा ਚਾਹਾਂਗੇ। ਤੇ ਸਾਰੀ ਸਾਧ ਸੰਗਤ ਦੇ ਪਾਸੋਂ, ਜੀਆਂ ਦੇ ਪਾਸੋਂ ਨਾਨਕ ਨਾਮ, ਇਹ ਗਲਾ ਤੇਰੇ ਭਾਣੇ ਸਰਬੱਤ ਦਾ ਭਲਾ।